ਹੈਲੋ एवरीवन ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਅੱਜ ਆਪਾਂ ਨਿਊ ਚੈਪਟਰ ਸਟਾਰਟ ਕਰਨ ਲੱਗੇ ਹਾਂ ਜਿਹਦਾ ਨੇਮ ਹੈ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ। ਚੈਪਟਰ 4th ਹੈ, ਬਹੁਤ ਇੰਪੋਰਟੈਂਟ ਟੌਪਿਕ ਹੈ, ਬਹੁਤ ਇੰਪੋਰਟੈਂਟ ਚੈਪਟਰ ਹੈ। ਇਸ ਚੈਪਟਰ ਦੇ ਵਿੱਚ ਆਪਾਂ ਬੌਂਡਿੰਗ ਕਿੱਦਾਂ ਹੁੰਦੀ ਹੈ, ਇੱਕ ਐਟਮ ਦੂਸਰੇ ਐਟਮ ਨਾਲ ਕੰਬਾਈਨ ਕਿੱਦਾਂ ਕਰਦਾ ਹੈ, ਪਲੱਸ ਮੋਲੀਕਿਊਲ ਜਦੋਂ ਬਣ ਜਾਂਦਾ ਉਹਦਾ ਸਟਰਕਚਰ ਕਿੱਦਾਂ ਦਾ ਐਗਜ਼ਿਸਟ ਕਰਦਾ, ਉਹਦੀ ਸ਼ੇਪ ਕਿੱਦਾਂ ਦੀ ਐਗਜ਼ਿਸਟ ਕਰਦੀ ਆ, ਉਹਦੇ ਬਾਰੇ ਆਪਾਂ ਨੇ ਡਿਟੇਲ 'ਚ ਪੜ੍ਹਨਾ ਹੈ। ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਆਉਂਦਾ ਕਿ ਕੈਮੀਕਲ ਬੌਂਡ ਹੁੰਦਾ ਕੀ ਹੈ। ਵਟ ਇਜ਼ ਕੈਮੀਕਲ ਬੌਂਡ? ਠੀਕ ਹੈ ਜੀ, ਕੈਮੀਕਲ ਬੌਂਡ ਐਟਮਸ ਆਪਸ ਵਿੱਚ ਜੁੜ ਜਾਂਦੇ ਨੇ, ਬੰਨੇ ਜਾਂਦੇ ਨੇ, ਉਸ ਨੂੰ ਆਪਾਂ ਕੈਮੀਕਲ ਬੌਂਡ ਬੋਲਦੇ ਹਾਂ, ਬੰਧਨ ਬੋਲਦੇ ਹਾਂ। ਠੀਕ ਹੈ ਜੀ। ਕੈਮੀਕਲ ਬੌਂਡ ਹੈ ਕੀ? ਦਾ ਅਟਰੈਕਟਿਵ ਫੋਰਸ which holds together the constituent particles in a chemical species is called chemical bond। ਕੈਮੀਕਲ ਸਪੀਸੀਜ਼ ਦੇ ਵਿੱਚ ਜਿਹੜੀ ਅਟਰੈਕਟਿਵ ਫੋਰਸ ਕੈਮੀਕਲ ਸਪੀਸੀਜ਼ ਨੂੰ ਬਾਈਂਡ ਕਰਕੇ ਰੱਖਦੀ ਹੈ, ਦੋਨਾਂ ਨੂੰ ਬੰਨ੍ਹ ਕੇ ਰੱਖਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਕੈਮੀਕਲ ਬੌਂਡ। ਜਿਵੇਂ ਫੋਰ ਐਗਜ਼ਾਮਪਲ H2 ਹੈ, H2 ਮੋਲੀਕਿਊਲ ਹੈ, H2 ਦੇ ਵਿੱਚ ਹਾਈਡਰੋਜਨ ਤੇ ਹਾਈਡਰੋਜਨ ਨੂੰ ਜਿਹੜੀ ਫੋਰਸ ਬੰਨ੍ਹ ਕੇ ਰੱਖਦੀ ਹੈ, ਇਹਨੂੰ ਆਪਾਂ ਬੋਲ ਦਿੰਦੇ ਹਾਂ ਕੈਮੀਕਲ ਬੌਂਡ। ਸੋ ਕੈਮੀਕਲ ਬੌਂਡ ਕੀ ਹੈ? ਇੱਕ ਅਟਰੈਕਟਿਵ ਫੋਰਸ ਹੈ ਜਿਹੜੀ ਐਟਮਸ ਨੂੰ, ਮੋਲੀਕਿਊਲਸ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਦੀ ਹੈ। ਠੀਕ ਹੈ ਜੀ, ਇਹ ਹੋ ਗਿਆ ਕੈਮੀਕਲ ਬੌਂਡ। ਹੁਣ ਅਗਲਾ ਕੁਐਸਚਨ ਆਪਣੇ ਮਨ 'ਚ ਅਰਾਈਜ਼ ਹੁੰਦਾ ਹੈ ਕਿ ਐਟਮਸ ਕੰਬਾਈਨ ਹੀ ਕਿਉਂ ਕਰਦੇ ਨੇ, ਕਿਉਂ ਇੱਕ ਦੂਸਰੇ ਨਾਲ ਜੁੜਦੇ ਨੇ, ਜਾਂ ਕਾਫੀ ਸਾਰੇ ਐਟਮ ਇੱਕ ਐਟਮ ਨਾਲ ਕਿਉਂ ਜੁੜ ਜਾਂਦੇ ਨੇ, ਕੀ ਕਾਰਨ ਆ ਉਹਦਾ? ਤਾਂ ਉਹਨਾਂ ਦੇ ਲਈ 1916 ਦੇ ਵਿੱਚ ਕੋਜ਼ਲ ਤੇ ਲੂਇਸ ਇਹਨਾਂ ਦੋਨਾਂ ਨੇ ਆਪਣੀ ਪ੍ਰੈਡਿਕਸ਼ਨ ਦਿੱਤੀ, ਆਪਣੀ ਥਿਊਰੀ ਦਿੱਤੀ ਕਿ ਐਟਮਸ ਕੰਬਾਈਨ ਕਿਉਂ ਕਰਦੇ ਨੇ। ਇਹ ਥਿਊਰੀ ਸੀਗੀ ਔਨ ਦਾ ਬੇਸਿਸ ਆਫ ਇਲੈਕਟ੍ਰੋਨਿਕ ਕਨਫਿਗਰੇਸ਼ਨ ਆਫ ਨੋਵਲ ਗੈਸਸ। ਦੇਖੋ ਜਿਹੜੀਆਂ ਨੋਵਲ ਗੈਸਸ ਨੇ ਕਿਹੜੀਆਂ ਕਿਹੜੀਆਂ ਨੇ? ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ ਤੇ ਜ਼ੀਨੋਨ। ਇਹ ਗੈਸਸ ਕਿਸੇ ਨਾਲ ਰਿਐਕਟ ਨਹੀਂ ਕਰਦੀਆਂ ਹੈਗੀਆਂ, ਅਨਰਿਐਕਟਿਵ ਨੇ, ਇਹਨਾਂ ਨੂੰ ਨੋਵਲ ਗੈਸਸ ਬੋਲਿਆ ਜਾਂਦਾ ਹੈ। ਠੀਕ ਹੈ, ਇਹ ਕਿਉਂ ਅਨਰਿਐਕਟਿਵ ਨੇ? ਉਹਨਾਂ ਦੋਨੋਂ ਸਾਇੰਟਿਸਟਾਂ ਨੇ ਇਹ ਚੀਜ਼ ਡਿਸਕਵਰ ਕੀਤੀ, ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਤਾਂ ਕਰਕੇ ਨੋਵਲ ਨੇ ਜਾਂ ਅਨਰਿਐਕਟਿਵ ਨੇ ਕਿਉਂਕਿ ਇਹਨਾਂ ਦਾ ਬਾਹਰਲਾ ਸ਼ੈੱਲ ਪੂਰਾ ਭਰਿਆ ਹੋਇਆ ਹੈ। ਹੀਲੀਅਮ ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਮੈਟਲਸ ਨੇ, ਬਾਕੀ ਸਾਰੀਆਂ ਜਿਹੜੀਆਂ ਇਹ ਗੈਸਸ ਨੇ, ਹੀਲੀਅਮ ਨੂੰ ਛੱਡ ਕੇ ਇਹਨਾਂ ਦੇ ਲਾਸਟ ਸ਼ੈੱਲ 'ਚ 8 ਇਲੈਕਟ੍ਰੋਨ ਨੇ, ਹੀਲੀਅਮ ਦੇ ਲਾਸਟ ਸ਼ੈੱਲ 'ਚ 2 ਇਲੈਕਟ੍ਰੋਨ ਨੇ। ਇਟ ਮੀਨਸ ਇਹਨਾਂ ਦਾ ਜਿਹੜਾ ਲਾਸਟ ਸ਼ੈੱਲ ਹੈ ਉਹ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਤਾਂ ਕੋਜ਼ਲ ਤੇ ਲੂਇਸ ਨੇ ਇਹ ਚੀਜ਼ ਅੱਗੇ ਫਾਰਵਰਡ ਕੀਤੀ ਕਿ ਐਟਮਸ ਕੰਬਾਈਨ ਕਿਉਂ ਕਰਦੇ ਨੇ? ਐਟਮਸ ਕੰਬਾਈਨ ਕਰਦੇ ਨੇ ਤਾਂ ਕਿ ਨੋਵਲ ਗੈਸ ਕਨਫਿਗਰੇਸ਼ਨ ਐਕਵਾਇਰ ਕਰ ਸਕਣ, ਆਪਣਾ ਬਾਹਰਲਾ ਸ਼ੈੱਲ ਕੰਪਲੀਟ ਕਰ ਸਕਣ, ਜਾਂ ਕਹਿ ਲਓ ਆਕਟੇਟ ਕੰਪਲੀਟ ਕਰ ਸਕਣ। ਆਪਣੇ ਬਾਹਰਲੇ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨ ਗੇਨ ਕਰਨ ਦੀ ਕੋਸ਼ਿਸ਼ ਕਰਦਾ ਹਰੇਕ ਐਟਮ। ਠੀਕ ਹੈ, ਤਾਂ ਹੀ ਉਹ ਇੱਕ ਦੂਸਰੇ ਐਟਮ ਦੇ ਨਾਲ ਕੰਬਾਈਨ ਕਰਦਾ, ਜੁੜਦਾ। ਸੋ ਇਹਦਾ ਆਨਸਰ ਕੀ ਆ ਗਿਆ ਕਿ ਐਟਮਸ ਕੰਬਾਈਨ ਕਿਉਂ ਕਰਦੇ ਨੇ? ਕਿਉਂਕਿ ਐਟਮਸ ਆਪਣੇ ਬਾਹਰਲੇ ਸ਼ੈੱਲ ਨੂੰ ਕੰਪਲੀਟਲੀ ਫਿਲ ਕਰਨਾ ਚਾਹੁੰਦੇ ਨੇ, ਆਪਣੇ ਬਾਹਰਲੇ ਸ਼ੈੱਲ 'ਚ 8 ਇਲੈਕਟ੍ਰੋਨ ਐਕਵਾਇਰ ਕਰਨਾ ਚਾਹੁੰਦੇ ਨੇ, ਤਾਂ ਕਰਕੇ ਉਹ ਦੂਸਰੇ ਐਟਮ ਦੇ ਨਾਲ ਕੰਬਾਈਨ ਕਰਦੇ ਨੇ, ਜੁੜਦੇ ਨੇ। ਠੀਕ ਹੈ, ਤਾਂ ਇਹਦਾ ਪਹਿਲਾ ਰੀਜ਼ਨ ਆ ਗਿਆ ਕਿ ਐਟਮਸ ਕੰਬਾਈਨ ਕਿਉਂ ਕਰਦੇ ਨੇ। ਐਟਮਸ ਕੰਬਾਈਨ ਟੂ ਐਕਵਾਇਰ ਨੋਵਲ ਗੈਸ ਕਨਫਿਗਰੇਸ਼ਨ ਔਰ ਆਕਟੇਟ। ਐਟਮਸ ਫਸਟ ਆ ਗਿਆ ਇਹ, ਐਟਮਸ ਕੰਬਾਈਨ to acquire novel gas configuration। ਜਿਹੜੀ ਕਨਫਿਗਰੇਸ਼ਨ ਨੋਵਲ ਗੈਸ ਦੀ ਹੈ ਉਹ ਕਨਫਿਗਰੇਸ਼ਨ ਐਕਵਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਆਪਾਂ ਕਹਿ ਸਕਦੇ ਹਾਂ ਟੂ ਕੰਪਲੀਟ ਆਕਟੇਟ, ਆਪਣਾ ਬਾਹਰਲਾ ਸ਼ੈੱਲ 8 ਇਲੈਕਟ੍ਰੋਨਾਂ ਨਾਲ ਭਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਹੀ ਉਹ ਇੱਕ ਐਟਮ ਦੂਸਰੇ ਐਟਮ ਨਾਲ ਕੰਬਾਈਨ ਕਰਦਾ, ਜੁੜਦਾ। ਓਕੇ, ਤਾਂ ਨੋਵਲ ਗੈਸ ਦੇ ਬੇਸਿਸ ਤੇ ਉਹਨਾਂ ਨੇ ਇਹ ਚੀਜ਼ ਐਕਸਪਲੇਨ ਕਰਤੀ ਕਿ ਹਰੇਕ ਐਟਮ ਆਪਣੇ ਲਾਸਟ ਸ਼ੈੱਲ 'ਚ 8 ਇਲੈਕਟ੍ਰੋਨ ਐਕਵਾਇਰ ਕਰਕੇ ਹੀ ਸਟੇਬਲ ਹੋ ਸਕਦਾ ਹੈ।
बट प्रॉब्लम आ गई हीलियम के लिए। हीलियम स्टेबल है बिकॉज ये लास्ट शैल च 2 इलैक्ट्रॉन ने, तो इत्थे ऑक्टेट रूल ओबे नहीं हो रहा, इत्थे डबलेट रूल ओबे हो रहा। डबलेट मीनस ਇਹਦਾ डबलेट कंप्लीट हो गया। सो सैकेंड उन्होंने ऑब्जर्वेशन दी अपनी ਜਾਂ सैकेंड अपना रिजल्ट दिता कि ਜਿਹੜੇ एटम्स ने वो अपनी एनर्जी ਨੂੰ मिनीमाइज करके, अगर उन्होंने एनर्जी मिनीमम होएगी एंड स्टेबिलिटी उन्होंने मैक्सीमम होएगी, ठीक है, तो वो कंबाइन नहीं करेगा। इट मीनस एटम्स स्टेबल होने के लिए ਜਾਂ अपनी एनर्जी ਨੂੰ मिनीमम करने के लिए दूसरे एटम नाल कंबाइन करते हैं, जुड़ते हैं, ठीक है जी। ऑक्टेट रूल ठीक है, एक्सप्लेन कर रहे सारा कुछ, बट जिथे 2 इलैक्ट्रॉनों नाल स्टेबल हो रही है चीज़ उत्थे अप्लाई नहीं हो रहा ऑक्टेट रूल। सो आप ये बोल सकते हैं ओवरऑल कि एटम स्टेबिलिटी गेन करने के लिए ਜਾਂ अपनी एनर्जी ਨੂੰ मिनीमम करने के लिए दूसरे एटम नाल कंबाइन करते हैं, जुड़ते हैं, ठीक है जी। अगे आप ऑक्टेट रूल बारे पढ़ते हैं। ऑक्टेट रूल दी लिमिटेशनस हैगियां, ठीक है, बट फिर भी ऑक्टेट रूल ज़्यादा इफेक्टिव है, तो आपको पढ़ना चाहिए। तो ऑक्टेट रूल है की है उसके बारे आप पढ़ते हैं। वट इज़ ऑक्टेट रूल, ये तो डेफिनेशन भी आ सकती है, डिफाइन ऑक्टेट रूल, ठीक है जी, बहुत इंपॉर्टेंट है, डेफिनेशन आ सकती है पेपर। ऑक्टेट रूल की है द प्रिंसिपल ऑफ अटेनिंग the principle of attaining maximum of 8 electrons in the valence shell of an atom is called octet rule। तो octet rule है की है किसी एटम के द्वारा अपनी लास्ट सैल च मैक्सीमम 8 इलैक्ट्रॉन गेन करने का जोड़ा प्रिंसीपल है उन्होंने आप कह दें ऑक्टेट रूल। अटेन करन दा, ठीक है जी, अटेन कर सकता वो किवें भी अटेन कर सकता है, 8 इलैक्ट्रॉन एक्वायर करने की कोशिश करता है, ठीक है जी। कुछ उन्होंने कोल पहला होंदे ने, कुछ वो किसी दूसरे एटम तो लैंदा है जो शेयर करता है, किवें भी कर सकता है, 8 इलैक्ट्रॉन एक्वायर करने की कोशिश करता है, इन्हूं आपां बोलते हैं ऑक्टेट रूल। नाउ नैक्सट है लुईस सिंबल्स। लुईस कहता जिहड़े किसी भी एटम के बाहरले शैल च इलैक्ट्रॉन्स ने ज़्यादातर जिहड़ियां कैमिकल प्रॉपर्टीज़ ने उहदे उपर ही डिपेंड करदियां ने, तो आपां क्यों ना उहनूं इलैबोरेट कर दईए ताकि किसी भी एटम के वेलेंस शैल दे विच जिहड़े इलैक्ट्रॉन्स ने जां वेलेंस इलैक्ट्रॉन ने वो दसने सौखे हो जाण, उन्होंने क्यों ना आपां नोटिफाई कर दईए, नोटेशनस बना दईए उहदे लई। तो उहदे लई नोटेशनस बनाईयां गईयां। नोटेशनस की ने, किसी भी एटम के लास्ट शैल च किन्ने इलैक्ट्रॉन ने उन्होंने एज ए डॉट या एज ए क्रॉस उस एलीमेंट के सिंबल के उपर लिख दो। फॉर एग्जाम्पल हाइड्रोजन है, हाइड्रोजन का एटॉमिक नंबर 1, यदि इलैक्ट्रॉनिक कन्फिगरेशन 1s1, लास्ट शैल 1sc है, एक इलैक्ट्रॉन है, इट मीनस हाइड्रोजन के उपर एक डॉट लग जाएगा, ये बन गया लुईस डॉट सिंबल या कला डॉट स्ट्रक्चर कादा हाइड्रोजन का। हीलियम है 2 है 1s2 आ गया, लास्ट शैल जिहड़ा हैगा वो 1sc है, 2 इलैक्ट्रॉन ने, तो हीलियम के उपर किन्ने आ गए 2 इलैक्ट्रॉन आ गए। इस तो बाद आ गया लीथियम, लीथियम का एटॉमिक नंबर 3 है, 1s2 2s1 आ गया, यदा लास्ट शैल 2s है, 2s दे विच एक इलैक्ट्रॉन है, तां करके लीथियम के उपर एक इलैक्ट्रॉन आ गया। फिर आ गया बेरीलियम, बेरीलियम के जिहड़े नंबर ऑफ इलैक्ट्रॉन्स ने वो है 4, 1s2 2s2, लास्ट शैल 2 इलैक्ट्रॉन ने, तां करके बेरीलियम के उपर 2 इलैक्ट्रॉन इधर राइट करते। फिर आ गया बोरोन, बोरोन का एटॉमिक नंबर इज़ 5, 1s2 2s2 2p1, लास्ट शैल 3 इलैक्ट्रॉन आ गए, तो इत्थे आ गया बोरोन के उपर 3 इलैक्ट्रॉन। सेम ही आ गया कि कार्बन 6 एटॉमिक नंबर है, 1s2 2s2 2p2, 4 वेलेंस इलैक्ट्रॉन ने, दैट्स वाई कार्बन के उपर 4 इलैक्ट्रॉन्स आ गए। इदा करके तुसी पहले 20 या पहले 30 एलीमेंटा का, पहले 20 का ही कर लो, पहले 20 एलीमेंटा का जोड़ा लुईस सिंबल है, लुईस डॉट स्ट्रक्चर है, वो तुसी लिख के देखना है। मैं तुहानूं नोट्स भी सेंड करांगा, मे भी वो लिखे होंगे सारे दे, तो उत्थों तुसी देख के लिख सकते हो। तो लुईस सिंबल्स है कि ने, आप लास्ट शैल च किन्ने इलैक्ट्रॉन ने उन्होंने एज ए डॉट या एज ए क्रॉस भी पा के लिख सकते हो, इदा तुसी ਜਾਂ डॉट पा के लिखना चाहो डॉट पा के लिख सकते हो। स्टैंडर्ड जी नोटेशन वो डॉट नाल करते हैं आप,
ਤਾਂ ਡਾਟ ਨਾਲ ਤੁਸੀਂ ਲਿਖ ਲੈਣੀ ਹੈ, ਠੀਕ ਹੈ ਜੀ। ਤਾਂ ਇਦਾਂ ਕਰਕੇ ਤੁਸੀਂ ਇਹ ਨੋਟੇਸ਼ਨਸ ਲਿਖ ਸਕਦੇ ਹੋ। ਅੱਗੇ ਹੈਗਾ ਸਿਗਨੀਫੀਕੈਂਸ ਆਫ ਲੂਇਸ ਸਿੰਬਲਸ। ਜਿਹੜੇ ਆਪਾਂ ਇਹ ਲੂਇਸ ਸਿੰਬਲਸ ਡਰਾ ਕੀਤੇ ਨੇ ਇਹਨਾਂ ਦਾ ਸਿਗਨੀਫੀਕੈਂਸ ਕੀ ਹੈ। ਪਹਿਲਾ ਸਿਗਨੀਫੀਕੈਂਸ ਹੈ ਇਹ ਲੂਇਸ ਸਿੰਬਲਸ ਜਿਹੜੇ ਹੈਗੇ ਨੇ ਇਹ ਹੈਲਪ ਕਰਦੇ ਨੇ ਟੂ ਇੰਡੀਕੇਟ ਵੈਲੈਂਸ ਇਲੈਕਟ੍ਰੋਨਸ। ਹੁਣ ਆਪਾਂ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ, ਦੱਸ ਸਕਦੇ ਹਾਂ ਕਿ ਕਿਹਦੇ ਵਿੱਚ ਕਿੰਨੇ ਵੈਲੈਂਸ ਇਲੈਕਟ੍ਰੋਨ ਨੇ, ਕਿਹਦੇ ਵਿੱਚ ਕਿੰਨੇ ਵੈਲੈਂਸ ਇਲੈਕਟ੍ਰੋਨ ਨੇ। ਸੈਕਿੰਡ ਵਨ ਇਜ਼, ਪਹਿਲਾ ਵੈਲੈਂਸ ਇਲੈਕਟ੍ਰੋਨ ਆਪਾਂ ਦੱਸ ਸਕਦੇ ਹਾਂ, ਸੈਕਿੰਡ ਵਨ ਆਪਾਂ ਵੈਲੈਂਸੀ ਦੱਸ ਸਕਦੇ ਹਾਂ। ਵੈਲੈਂਸੀ ਅਗਰ ਕਿਸੇ ਐਟਮ ਦੇ ਉੱਪਰ 4 ਡਾਟ ਨੇ ਜਾਂ ਉਸ ਤੋਂ ਘੱਟ ਨੇ ਤਾਂ ਉਹੀ ਉਹਦੀ ਵੈਲੈਂਸੀ ਹੈ। ਅਗਰ 4 ਤੋਂ ਜ਼ਿਆਦਾ ਨੇ ਤਾਂ ਉਹਨਾਂ ਨੂੰ 8 ਚੋਂ ਮਾਈਨਸ ਕਰ ਲਓ, ਉਹਦੀ ਵੈਲੈਂਸੀ ਬਣ ਜਾਣੀ ਹੈ। ਸੋ ਆਪਾਂ ਨੂੰ ਓਵਰਆਲ ਅਟੋਮਿਕ ਨੰਬਰ ਕਨਫੀਗਰੇਸ਼ਨ ਲਿਖਣ ਦੀ ਲੋੜ ਹੀ ਨਹੀਂ ਪੈਣੀ, ਸਿਰਫ ਆਪਾਂ ਇਸ ਦੇ ਬੇਸਿਸ ਤੇ ਵੈਲੈਂਸ ਇਲੈਕਟ੍ਰੋਨ ਤੇ ਵੈਲੈਂਸੀ ਦੱਸ ਸਕਦੇ ਹਾਂ। ਸੋ ਇਹ ਦੋ ਇਹਦੇ ਇੰਪੋਰਟੈਂਸਸ ਨੇ ਲੂਇਸ ਸਿੰਬਲਸ ਡਰਾ ਕਰਨ ਦੇ। ਨਾਓ ਨੈਕਸਟ ਹੈਗਾ ਇਲੈਕਟ੍ਰੋਕੈਮੀਕਲ ਥਿਊਰੀ ਜਾਂ ਇਲੈਕਟ੍ਰੋਨ ਥਿਊਰੀ ਆਫ ਕੈਮੀਕਲ ਬੌਂਡਿੰਗ। ਇਲੈਕਟ੍ਰੋਨ ਥਿਊਰੀ ਆਫ ਕੈਮੀਕਲ ਬੌਂਡਿੰਗ। Electron theory of chemical bonding। Electron theory of chemical bonding। ਲੂਇਸ ਤੇ ਕੋਜ਼ਲ ਨੇ ਇਹ ਥਿਊਰੀ ਦਿੱਤੀ ਸੀ। ਉਹ ਕਹਿੰਦੇ ਐਟਮਸ 8 ਇਲੈਕਟ੍ਰੋਨ ਐਕਵਾਇਰ ਕਰਕੇ ਸਟੇਬਲ ਹੋ ਸਕਦਾ ਹੈ, 8 ਇਲੈਕਟ੍ਰੋਨ ਐਕਵਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਹ 8 ਇਲੈਕਟ੍ਰੋਨ ਐਕਵਾਇਰ ਦੋ ਢੰਗਾਂ ਨਾਲ ਕਰ ਸਕਦਾ ਹੈ, ਜਾਂ ਤਾਂ ਇਲੈਕਟ੍ਰੋਨ ਟ੍ਰਾਂਸਫਰੈਂਸ ਕਰਕੇ ਜਾਂ ਇਲੈਕਟ੍ਰੋਨ ਸ਼ੇਅਰ ਕਰਕੇ। ਜਾਂ ਤਾਂ ਇਲੈਕਟ੍ਰੋਨ ਉਹ ਟ੍ਰਾਂਸਫਰ ਕਰ ਦੇਗਾ ਜਾਂ ਉਹ ਇਲੈਕਟ੍ਰੋਨ ਸ਼ੇਅਰ ਕਰ ਲੇਗਾ। ਇਲੈਕਟ੍ਰੋਨ ਸ਼ੇਅਰ ਕਰਕੇ ਤੇ ਇਲੈਕਟ੍ਰੋਨ ਟ੍ਰਾਂਸਫਰ ਕਰਕੇ ਜਿਹੜੇ ਐਟਮਸ ਨੇ ਉਹ 8 ਇਲੈਕਟ੍ਰੋਨ ਐਕਵਾਇਰ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਇਲੈਕਟ੍ਰੋਨ ਟ੍ਰਾਂਸਫਰੈਂਸ ਕਰਕੇ ਉਹ 8 ਇਲੈਕਟ੍ਰੋਨ ਐਕਵਾਇਰ ਕਰਦਾ ਤੇ ਬੌਂਡ ਬਣਾਉਂਦਾ ਹੈ, ਇਸ ਬੌਂਡ ਨੂੰ ਆਪਾਂ ਬੋਲਦੇ ਹਾਂ ਆਇਨਿਕ ਬੌਂਡ ਔਰ ਇਲੈਕਟ੍ਰੋਵੇਲੈਂਟ ਬੌਂਡ। ਇਲੈਕਟ੍ਰੋਵੇਲੈਂਟ ਬੌਂਡ। ਅਗਰ ਉਹ ਇਲੈਕਟ੍ਰੋਨ ਸ਼ੇਅਰ ਕਰਕੇ ਬੌਂਡ ਬਣਾਉਂਦਾ ਹੈ ਤਾਂ ਉਹਨੂੰ ਬੋਲਦੇ ਹਾਂ ਆਪਾਂ ਕੋਵਲੈਂਟ ਬੌਂਡ। ਤਾਂ ਦੋ ਤਰ੍ਹਾਂ ਦੀ ਬੌਂਡਿੰਗ ਐਗਜ਼ਿਸਟ ਕਰਦੀ ਆ, ਆਇਨਿਕ ਬੌਂਡਿੰਗ ਔਰ ਕੋਵਲੈਂਟ ਬੌਂਡਿੰਗ, ਠੀਕ ਹੈ ਜੀ। 8 ਇਲੈਕਟ੍ਰੋਨ ਐਕਵਾਇਰ ਕਿੱਦਾਂ ਕਰੇਗਾ, ਜਸਟ ਉਹਦੇ ਮੋਡਸ ਨੇ ਇਹ। ਜਾਂ ਤਾਂ ਆਇਨਿਕ ਬੌਂਡ ਬਣਾ ਕੇ ਉਹ ਸਟੇਬਲ ਹੋ ਸਕਦਾ ਜਾਂ ਕੋਵਲੈਂਟ ਬੌਂਡ ਬਣਾ ਕੇ ਐਟਮ ਸਟੇਬਲ ਹੋ ਸਕਦਾ। ਸੋ ਆਪਾਂ ਇਹਨਾਂ ਦੇ ਲਈ ਡਿਟੇਲ 'ਚ ਪੜ੍ਹਨਾ ਹੈ। ਅੱਜ ਦੇ ਟੌਪਿਕ ਦੇ ਵਿੱਚ ਸਿਰਫ ਇੰਨਾ ਕੀ ਕਰਾਉਣਾ ਸੀ, ਤੁਹਾਨੂੰ ਘੱਟ ਕੰਮ ਕਰਾਉਣਾ ਸੀ। ਸੋ ਇੰਨਾ ਡਿਟੇਲ 'ਚ ਪੜ੍ਹ ਲੈਣਾ ਤੁਸੀਂ। ਅਗਰ ਕੋਈ ਦਿੱਕਤ ਲੱਗ ਰਹੀ ਹੈ, ਪ੍ਰੋਬਲਮ ਆ ਰਹੀ ਹੈ ਇਹਦੇ ਟੌਪਿਕ ਦੇ ਵਿੱਚੋਂ ਤਾਂ ਮੈਨੂੰ ਦੱਸ ਦੇਣਾ, ਆਪਾਂ ਦੁਬਾਰਾ ਐਕਸਪਲੇਨ ਕਰ ਦਾਂਗੇ। ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਸਟੂਡੈਂਟ ਇਹ ਤੋਂ ਲਾਹਾ ਲੈ ਸਕਣ। ਸੋ ਥੈਂਕ ਯੂ, ਬਾਏ ਬਾਏ।